ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ। ਗਰੁੱਪ ਸੀ ਅਤੇ ਡੀ ਦੇ 35,000 ਕੱਚੇ ਮੁਲਾਜ਼ਮ ਹੋਣਗੇ ਪੱਕੇ। ਅਗਲੇ ਸੈਸ਼ਨ 'ਚ ਲਿਆਂਦਾ ਜਾਏਗਾ ਕਾਨੂੰਨ। ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸੀਐਮ ਭਗਵੰਤ ਮਾਨ। ਵੀਰਵਾਰ ਸਵੇਰੇ 11 ਵਜੇ ਹੋਏਗੀ ਮੁਲਾਕਾਤ। ਪੰਜਾਬ ਦੇ ਮੁੱਦਿਆਂ ਤੇ ਹੋਏਗੀ ਚਰਚਾ। ਮਾਨ ਸਰਕਾਰ ਦੇ ਮੰਤਰੀਆਂ ਨੇ ਸਾਂਭਿਆ ਕਾਰਜਭਾਰ। ਆਪੋ ਆਪਣੇ ਮਹਿਕਮਿਆਂ ਦਾ ਲਿਆ ਚਾਰਜ। ਬੋਲੇ ਪੰਜਾਬ ਦੇ ਰਖਵਾਲੇ ਬਣ ਕੇ ਕਰਾਂਗੇ ਕੰਮ। ਕਾਂਗਰਸ ਨੇ ਆਪ ਦੇ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਚੱਕੇ ਸਵਾਲ। ਪ੍ਰਗਟ ਸਿੰਘ ਨੇ ਸੰਜੀਵ ਅਰੋੜਾ ਖਿਲਾਫ ਜਾਂਚ ਕਰਵਾਉਣ ਦੀ ਕੀਤੀ ਮੰਗ। ਸਿੱਧੂ ਨੇ ਵੀ ਟਵੀਟ ਕਰਕੇ ਚੱਕੇ ਸਵਾਲ। ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਬੁੱਧਵਾਰ ਪੰਜਾਬ 'ਚ ਸਰਕਾਰੀ ਛੁੱਟੀ। ਵਿਧਾਨ ਸਭਾ 'ਚ ਸੀਐਮ ਮਾਨ ਨੇ ਕੀਤਾ ਐਲਾਨ। ਪਹਿਲਾਂ ਸਿਰਫ ਨਵਾਂ ਸ਼ਹਿਰ 'ਚ ਹੁੰਦੀ ਸੀ ਛੁੱਟੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਕੀਤਾ ਗਿਆ ਛੁੱਟੀ ਦਾ ਐਲਾਨ। ਸਦਨ 'ਚ ਸੀਐਮ ਦੇ ਸਵਾਲ ਤੇ ਉਲਝੇ ਰਾਜਾ ਵੜਿੰਗ। ਮੁੱਖ ਮੰਤਰੀ ਨੇ ਪੁੱਛਿਆ ਕਦੋਂ ਹੁੰਦਾ ਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ, ਤਾਂ ਵੜਿੰਗ ਨਹੀਂ ਦੇ ਸਕੇ ਜਵਾਬ। ਬਾਅਦ 'ਚ ਕੇਜਰੀਵਾਲ ਦੇ ਟਵੀਟ ਨਾਲ ਵੜਿੰਗ ਦੀ ਪੋਸਟ। ਪੁੱਛਿਆ ਸਹੀ ਤਰੀਕ 27 ਹੈ ਜਾਂ 28 ਸਤੰਬਰ। ਅੰਮ੍ਰਿਤਸਰ ਦੇ ਮਜੀਠਾ ਚੱਲੀਆਂ ਗੋਲੀਆਂ। ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ। ਗੋਲੀਆਂ ਲੱਗਣ ਨਾਲ ਦੋ ਲੋਕਾਂ ਦੀ ਮੌਤ। ਤਰਨਤਾਰਨ ਦੇ ਚੋਲਾ ਸਾਹਿਬ 'ਚ ਗੁਰੂ ਘਰ ਦਾ ਲੈਂਟਰ ਡਿੱਗਣ ਨਾਲ ਹਾਦਸਾ। ਦੋ ਲੋਕਾਂ ਦੀ ਗਈ ਜਾਨ, ਦੋ ਗੰਭੀਰ ਜ਼ਖਮੀ। ਗ੍ਰੰਥੀ ਸਿੰਘਾਂ ਲਈ ਬਣਾਏ ਜਾ ਰਹੇ ਸੀ ਕਮਰੇ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਾਡੀ ਖਾਸ ਪੇਸ਼ਕਸ਼ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਬਰਸੀ ਤੇ ਪੰਜਾਬ 'ਚ ਛੁੱਟੀ ਹੋਏਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਪੰਜਾਬ 'ਚ 23 ਮਾਰਚ ਨੂੰ ਸਰਕਾਰੀ ਛੁੱਟੀ ਰਹੇਗੀ। ਸ਼ਹੀਦ ਆਜਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਬਰਸੀ ਤੇ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਐਲਾਨ ਕੀਤਾ। ਇਸ ਤੋਂ ਪਹਿਲਾਂ ਸਿਰਫ ਨਵਾਂ ਸ਼ਹਿਰ 'ਚ ਹੀ ਸਰਕਾਰੀ ਛੁੱਟੀ ਰਹਿੰਦੀ ਸੀ। ਸੀਐਮ ਮਾਨ ਨੇ ਕਿਹਾ ਕਿ ਸ਼ਹੀਦ ਸਿਰਫ ਨਵਾਂ ਸ਼ਹਿਰ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਨੇ। ਇਸ ਤੋਂ ਪਹਿਲਾਂ ਸੀਐਮ ਮਾਨ ਨੇ ਪੰਜਾਬ ਵਿਧਾਨ ਸਭਾ 'ਚ ਸ਼ਹੀਦ ਭਗਤ ਸਿੰਘ ਤੇ ਡਾਕਟਰ ਬੀ.ਆਰ. ਅੰਬੇਦਕਰ ਦਾ ਬੁੱਤ ਲਗਾਉਣ ਦਾ ਵੀ ਪ੍ਰਸਤਾਵ ਰੱਖਿਆ। ਸ਼ਹੀਦ ਆਜ਼ਮ ਇਕੱਲੇ ਨਵਾਂ ਸ਼ਹਿਰ ਦੇ ਨਹੀਂ ਤਾਂ ਪੂਰੇ ਦੇਸ਼ ਦੇ ਨੇ। ਸੋ ਅਸੀਂ ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਪੂਰੇ ਪੰਜਾਬ ਦੇ ਵਿੱਚ ਛੁੱਟੀ। ਉਧਰ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦਾ ਬੁੱਤ ਲਾਉਣ ਦੇ ਪ੍ਰਸਤਾਵ ਤੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵੀ ਬੁੱਤ ਲਗਾਇਆ ਜਾਵੇ, ਜਿਸ ਤੇ ਮੁੱਖ ਮੰਤਰੀ ਨੇ ਇਸ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਅਕਾਲੀ ਵਿਧਾਇਕ ਮਨਪ੍ਰੀਤ ਅਯਾਲੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲਗਾਉਣ ਦਾ ਮੁੱਦਾ ਵੀ ਸਦਨ ਵਿੱਚ ਚੱਕਿਆ। ਤੇ ਪੰਜਾਬ ਵਿਧਾਨ ਸਭਾ ਦੇ ਤੀਜੇ ਤੇ ਆਖਰੀ ਦਿਨ ਕਾਂਗਰਸ ਵਿਧਾਇਕ ਰਾਜਾ ਵੜਿੰਗ ਦੀ ਸਦਨ 'ਚ ਕਿਰਕਰੀ ਹੋ ਗਈ, ਕਿਉਂਕਿ ਰਾਜਾ ਵੜਿੰਗ ਸ਼ਹੀਦ ਭਗਤ ਸਿੰਘ ਦੀ ਜਨਮ ਤਾਰੀਖ ਹੀ ਨਹੀਂ ਦੱਸ ਸਕੇ। ਪੂਰੇ ਪੰਜਾਬ ਦੇ ਵਿੱਚ ਛੁੱਟੀ ਅਤੇ ਇਹ ਕਹਿ ਕੇ ਤੇ ਖਾਸ ਕਰਕੇ ਨੌਜਵਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸਮਾਰਕ ਹੁਸੈਨੀ ਵਾਲਾ ਜਾਂ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਣ। ਤੇ ਵਿਧਾਨ ਸਭਾ 'ਚ ਕਿਰਕਰੀ ਤੋਂ ਬਾਅਦ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਟਵੀਟ ਕੀਤਾ। ਇਸ ਟਵੀਟ ਰਾਹੀਂ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸ ਦਿੱਤਾ। ਤੁਹਾਨੂੰ ਪਤਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੁੰਦਾ? ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਹੋਈ ਆਪਣੀ ਕਿਰਕਰੀ ਨੂੰ ਕਾਂਗਰਸ ਵਿਧਾਇਕ ਨੇ ਗੰਭੀਰਤਾ ਨਾਲ ਲਿਆ। ਰਾਜਾ ਵੜਿੰਗ ਨੇ ਕੇਜਰੀਵਾਲ ਦਾ ਇੱਕ ਪੁਰਾਣਾ ਟਵੀਟ ਸ਼ੇਅਰ ਕੀਤਾ, ਜਿਸ 'ਚ ਸ਼ਹੀਦ ਆਜ਼ਮ ਭਗਤ ਸਿੰਘ ਦਾ 27 ਸਤੰਬਰ ਨੂੰ ਜਨਮ ਦਿਨ ਦੱਸਿਆ ਗਿਆ ਅਤੇ ਰਾਜਾ ਵੜਿੰਗ ਨੇ ਬਕਾਇਦਾ ਭਗਵੰਤ ਮਾਨ ਤੋਂ ਪੁੱਛਿਆ ਕਿ ਦੱਸੋ ਕੌਣ ਸਹੀ ਹੈ, ਤੁਸੀਂ ਜਾਂ ਅਰਵਿੰਦ ਕੇਜਰੀਵਾਲ। ਦਰਅਸਲ ਸਦਨ ਦੇ ਤੀਜੇ ਤੇ ਆਖਰੀ ਦਿਨ ਜਦੋਂ ਭਗਵੰਤ ਮਾਨ ਨੇ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਪੂਰੇ ਸੂਬੇ 'ਚ ਛੁੱਟੀ ਦਾ ਐਲਾਨ ਕੀਤਾ, ਤਾਂ ਰਾਜਾ ਵੜਿੰਗ ਨੇ ਛੁੱਟੀ ਦੀ ਬਜਾਏ ਇਸ ਦਿਨ ਨੂੰ ਲੋਕਾਂ ਨੂੰ ਭਗਤ ਸਿੰਘ ਦੇ ਬਾਰੇ 'ਚ ਜਾਗਰੂਕ ਕਰਨ ਦੀ ਗੱਲ ਕਹੀ। ਜੇ ਅਸੀਂ ਛੁੱਟੀ ਦੀ ਬਜਾਏ ਉਸ ਦਿਨ ਸਕੂਲਾਂ, ਕਾਲਜਸ, ਆਫਿਸ ਦੇ ਵਿੱਚ ਸ਼ਹੀਦ ਆਜ਼ਮ ਦੇ ਨਾਮ ਦੇ ਬਾਰੇ ਲੋਕਾਂ ਨੂੰ ਦੱਸਿਆ ਜਾਵੇ। ਤਾਂ ਸੀਐਮ ਮਾਨ ਨੇ ਰਾਜਾ ਵੜਿੰਗ ਤੋਂ ਭਗਤ ਸਿੰਘ ਦੇ ਜਨਮ ਦਿਨ ਦੀ ਤਾਰੀਖ ਪੁੱਛੀ, ਜਿਸ ਦਾ ਰਾਜਾ ਵੜਿੰਗ ਜਵਾਬ ਨਹੀਂ ਦੇ ਪਾਏ। ਤਾਂ ਭਗਵੰਤ ਮਾਨ ਨੇ ਭਗਤ ਸਿੰਘ ਦੇ ਜਨਮ ਦੀ ਤਾਰੀਖ 28 ਸਤੰਬਰ ਦੱਸੀ, ਜਿਸ ਤੋਂ ਬਾਅਦ ਇਹ ਸਾਰਾ ਬਵਾਲ ਖੜਾ ਹੋਇਆ। ਹੈ ਜੀ, ਕਮਾਲ ਹੈ ਯਾਰ। ਤੁਹਾਨੂੰ ਇਹ ਨਹੀਂ ਪਤਾ ਕਿ ਜਨਮ ਦਿਨ 28 ਸਤੰਬਰ ਨੂੰ। ਤਾਂ ਰਾਜਾ ਵੜਿੰਗ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਰਾਜਾ ਵੜਿੰਗ ਸਦਨ ਦੇ ਵਿੱਚ ਤਾਂ ਜਵਾਬ ਨਹੀਂ ਦੇ ਸਕੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਟਵੀਟ ਦੇ ਜ਼ਰੀਏ ਜ਼ਰੂਰ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਸੋ ਗੱਲ ਭਾਵੇਂ ਜੋ ਮਰਜ਼ੀ ਹੋਵੇ, ਜਦੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਫਿਰ ਫਰਕ ਤਾਂ ਪੈਂਦਾ ਹੈ।
ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮੰਤਰੀਆਂ ਨੇ ਵੀ ਅੱਜ ਚਾਰਜ ਸੰਭਾਲ ਲਿਆ। ਸਾਰਿਆਂ ਦੇ ਪੰਜਾਬ 'ਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਤੇ ਪ੍ਰਸ਼ਾਸਨ ਦੇਣ ਦਾ ਸਾਰਿਆਂ ਵੱਲੋਂ ਭਰੋਸਾ ਦਿੱਤਾ ਗਿਆ। ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਨੇ ਆਪੋ ਆਪਣੇ ਮਹਿਕਮੇ ਸੰਭਾਲ ਲਏ ਨੇ। ਆਪ ਦੇ ਸੀਨੀਅਰ ਆਗੂ ਤੇ ਸਾਬਕਾ ਐਲਓਪੀ ਹਰਪਾਲ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਹੈ। ਉਹਨਾਂ ਨੂੰ ਵਿੱਤ ਯੋਜਨਾ ਅਤੇ ਐਕਸਾਈਜ਼ ਟੈਕਸੇਸ਼ਨ ਦੇ ਨਾਲ-ਨਾਲ ਸਹਿਕਾਰਤਾ ਵਿਭਾਗ ਵੀ ਦਿੱਤਾ ਗਿਆ ਹੈ। ਜਦਕਿ ਪੰਜਾਬ ਆਪ ਦੇ ਯੂਥ ਵਿੰਗ ਦੀ ਵਾਗਡੋਰ ਸੰਭਾਲ ਰਹੇ ਵਿਧਾਇਕ ਮੀਤ ਹੇਰ ਨੂੰ ਸਿੱਖਿਆ ਮੰਤਰੀ ਬਣਾਉਂਦੇ ਹੋਏ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡਾਂ ਦੇ ਮਹਿਕਮੇ ਦੀ ਵੀ ਕਮਾਨ ਸੌਂਪੀ ਗਈ ਹੈ। ਡਾਕਟਰ ਵਿਜੇ ਸਿੰਗਲਾ ਸਿਹਤ ਮਹਿਕਮੇ ਦੇ ਨਾਲ-ਨਾਲ ਮੈਡੀਕਲ ਸਿੱਖਿਆ ਦਾ ਵੀ ਵਿਭਾਗ ਸੰਭਾਲਣਗੇ। ਉੱਥੇ ਹੀ ਹਰਜੋਤ ਬੈਂਸ ਨੂੰ ਕਾਨੂੰਨ ਤੇ ਨਿਆਂ ਦੇ ਨਾਲ-ਨਾਲ ਮਾਈਨਿੰਗ, ਜੇਲ੍ਹ ਤੇ ਸੈਰ ਸਪਾਟਾ ਵਿਭਾਗ ਦਿੱਤੇ ਗਏ ਨੇ। ਡਾਕਟਰ ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਹਰਭਜਨ ਸਿੰਘ ਈਟੀਓ ਨੂੰ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਲਾਲਚੰਦ ਕਟਾਰੂ ਚੱਕ ਫੂਡ ਸਪਲਾਈ ਵਿਭਾਗ ਦੇ ਨਾਲ-ਨਾਲ ਫੋਰੈਸਟ ਵੀ ਦੇਖਣਗੇ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮਹਿਕਮੇ ਦੇ ਨਾਲ-ਨਾਲ ਪ੍ਰਾਹੁਣਾਚਾਰੀ ਵਿਭਾਗ ਦਿੱਤਾ ਗਿਆ ਹੈ, ਜਦਕਿ ਬ੍ਰਹਮ ਸ਼ੰਕਰ ਜਿੰਪਾ ਨੂੰ ਮਾਲ ਵਿਭਾਗ ਤੇ ਵਾਟਰ ਰਿਸੋਰਸਿਸ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਦੇ ਨਾਲ-ਨਾਲ ਪਸ਼ੂ ਪਾਲਨ ਤੇ ਐਨਆਰਆਈ ਮਾਮਲੇ ਵੀ ਸੌਂਪੇ ਗਏ ਨੇ। ਸੋ ਦਾਅਵੇ ਵੱਡੇ-ਵੱਡੇ ਕੀਤੇ ਗਏ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ। ਸੋ ਦੇਖਣਾ ਹੋਏਗਾ ਕਿ ਇਸ ਨਾਲ ਫਰਕ ਕੀ ਪਏਗਾ। ਪੰਜਾਬ 'ਚ ਆਪ ਦੀ ਸਰਕਾਰ ਬਣਦਿਆਂ ਹੀ ਹੁਣ ਧਰਨਿਆਂ ਦੀ ਜਗ੍ਹਾ ਵੀ ਬਦਲ ਗਈ ਹੈ। ਪ੍ਰਦਰਸ਼ਨਕਾਰੀ ਹੁਣ ਸੰਗਰੂਰ ਦੀ ਬਜਾਏ ਦਿੜਬਾ ਵੱਲ ਰੁਖ ਕਰਨ ਦੀ ਸੋਚ ਰਹੇ ਨੇ। ਇਹ ਤਸਵੀਰਾਂ ਸੰਗਰੂਰ ਦੀਆਂ ਨੇ, ਜਿੱਥੇ ਪੈਂਡਿੰਗ ਪੁਲਿਸ ਭਰਤੀ ਦੇ ਨਤੀਜਿਆਂ 'ਚ ਦੇਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਸੀਐਮ ਦੇ ਕਾਫਲੇ ਦੇ ਸਾਹਮਣੇ ਹੱਥ 'ਚ ਬੈਨਰ ਲੈ ਕੇ ਪਹੁੰਚੇ ਸੀ, ਜਿਸ ਦੀ ਵਜ੍ਹਾ ਨਾਲ ਸੀਐਮ ਦੇ ਕਾਫਲੇ ਦੇ ਰੂਟ 'ਚ ਥੋੜਾ ਬਦਲਾਅ ਵੀ ਕਰਨਾ ਪਿਆ। ਹਾਲਾਂਕਿ ਬਾਅਦ 'ਚ ਪ੍ਰਦਰਸ਼ਨ 'ਚ ਸ਼ਾਮਲ ਲੋਕਾਂ ਤੋਂ ਮੰਗ ਪੱਤਰ ਲਿਆ ਤੇ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਮੰਗਾਂ ਨੂੰ ਸੀਐਮ ਤੱਕ ਪਹੁੰਚਾਇਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਵੀ ਸਾਫ਼ ਕਰ ਚੁੱਕੇ ਨੇ, ਕੋਈ ਵੀ ਨਿਰਾਸ਼ ਨਾ ਹੋਵੇ, ਸਭ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਨਾ ਸਮਝੋ ਕਿ ਸਾਡਾ ਨਹੀਂ ਕੀਤਾ ਜੀ, ਸਾਡਾ ਨਹੀਂ ਕੀਤਾ। ਸਾਰਿਆਂ ਦੀ ਵਾਰੀ ਆਊਗੀ ਕਾਨੂੰਨ ਮੁਤਾਬਕ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਵੇ ਜਿਹਨੂੰ ਬਾਅਦ ਦੇ ਵਿੱਚ ਕੋਈ ਜਿਹੜਾ ਚੈਲੰਜ ਹੋ ਜਾਏ ਜਾਂ ਗਲਤ ਹੋ ਜਾਏ। ਉੱਥੇ ਹੀ ਸੰਗਰੂਰ 'ਚ ਸੀਐਮ ਦੇ ਘਰ ਦੇ ਬਾਹਰ ਵੀ ਪੰਥਕ ਚੇਤਨਾ ਲਹਿਰ ਦੇ ਪ੍ਰਧਾਨ ਪੁਰਸ਼ੋਤਮ ਸਿੰਘ ਧਰਨੇ ਤੇ ਬੈਠੇ ਨੇ। ਪੁਰਸ਼ੋਤਮ ਸਿੰਘ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਲਈ ਪੰਜਾਬ ਤੋਂ ਬਾਹਰੋਂ ਉਮੀਦਵਾਰ ਭੇਜੇ ਜਾਣ ਦਾ ਵਿਰੋਧ ਕਰ ਰਹੇ ਨੇ। ਤੇ ਡਰੱਗਸ ਕੇਸ 'ਚ ਫਸੇ ਦਿੱਗਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਲੇ ਜੇਲ੍ਹ 'ਚ ਹੀ ਰਹਿਣਾ ਹੋਏਗਾ। ਮੋਹਾਲੀ ਕੋਰਟ 'ਚ ਉਹਨਾਂ ਦੀ ਨਿਆਇਕ ਹਿਰਾਸਤ ਨੂੰ 5 ਅਪ੍ਰੈਲ ਤੱਕ ਅੱਗੇ ਵਧਾ ਦਿੱਤਾ ਗਿਆ। ਮਜੀਠੀਆ ਕਰੀਬ 1 ਮਹੀਨੇ ਤੋਂ ਪਟਿਆਲਾ ਜੇਲ੍ਹ 'ਚ ਬੰਦ ਨੇ। ਉਹਨਾਂ ਨੇ ਸੁਪਰੀਮ ਕੋਰਟ ਦੇ ਆਦੇਸ਼ ਤੇ ਕੋਰਟ 'ਚ ਸਰੈਂਡਰ ਕੀਤਾ ਸੀ, ਜਿਸ ਤੋਂ ਬਾਅਦ ਉਹ ਨਿਆਇਕ ਹਿਰਾਸਤ 'ਚ ਚੱਲ ਰਹੇ ਨੇ। ਪਰ ਅਸੀਂ ਉਮੀਦ ਕਰਾਂਗੇ ਜਿਹੜੀ ਹੁਣ ਦੀ ਐਸਆਈਟੀ ਹੈ ਅਗੇਂਸਟ ਦ ਅਦਰ ਐਸਆਈਟੀ ਐਂਡ ਅਗੇਂਸਟ ਦ ਅਦਰ ਗਵਰਨਮੈਂਟ ਕਿ ਉਹ ਲਾਅ ਦੇ ਜਿਹੜੇ ਫਰੇਮਵਰਕ ਦੇ ਅੰਦਰ ਕੰਮ ਕਰਨਗੇ ਜੀ, ਪ੍ਰੋਸੀਜਰ ਨੂੰ ਫੋਲੋ ਕਰਨਗੇ। ਤੁਹਾਨੂੰ ਦੱਸ ਦਈਏ ਕਿ ਸੂਬੇ 'ਚ ਨਵੀਂ ਬਣੀ ਸੀਐਮ ਭਗਵੰਤ ਮਾਨ ਦੀ ਆਪ ਸਰਕਾਰ ਨੇ ਇਸ ਦੀ ਜਾਂਚ ਵਾਲੀ ਐਸਆਈਟੀ ਨੂੰ ਬਦਲ ਦਿੱਤਾ ਹੈ। ਮਾਨ ਸਰਕਾਰ ਨੇ ਏਆਈਜੀ ਬਲਰਾਜ ਸਿੰਘ ਦੀ ਜਗ੍ਹਾ ਆਈਜੀ ਗੁਰਸ਼ਰਨ ਸਿੰਘ ਸੰਧੂ ਦੀ ਸੁਪਰਵਿਜ਼ਨ 'ਚ ਐਸਆਈਟੀ ਬਣਾਈ ਹੈ। ਬਲਰਾਜ ਦੇ ਆਰੋਪ ਸਨ ਕਿ ਮਜੀਠੀਆ ਤੇ ਕੇਸ ਦਰਜ ਹੁੰਦੇ ਹੀ ਉਹਨਾਂ ਦੇ ਬੇਟੇ ਪ੍ਰਿੰਸਪ੍ਰੀਤ ਸਿੰਘ ਨੂੰ ਪ੍ਰਮੋਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅਕਾਲੀ ਦਲ ਨੇ ਵੀ ਉਹਨਾਂ ਤੇ ਬਦਲਾਖੋਰੀ ਦੇ ਤਹਿਤ ਕੰਮ ਕਰਨ ਦਾ ਦੋਸ਼ ਲਾਇਆ ਸੀ। ਤੇ ਜਲੰਧਰ ਤੋਂ ਕਾਂਗਰਸ ਐਮਪੀ ਸੰਤੋਖ ਸਿੰਘ ਚੌਧਰੀ ਨੇ ਕਬੱਡੀ ਖਿਡਾਰੀ ਦੇ ਕਤਲ ਦਾ ਮਾਮਲਾ ਅੱਜ ਲੋਕ ਸਭਾ ਚੁੱਕਿਆ ਤੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣ ਦੀ ਮੰਗ ਰੱਖੀ। ਚੌਦਾਂ ਮਾਰਚ ਦੀ ਸ਼ਾਮ ਸ਼ਾਹਕੋਟ ਦੇ ਮੱਲੀਆਂ ਪਿੰਡ 'ਚ ਕਬੱਡੀ ਟੂਰਨਾਮੈਂਟ ਖੇਡਿਆ ਜਾ ਰਿਹਾ ਸੀ, ਜਿੱਥੇ ਅੰਧਾਧੁੰਦ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਕਈ ਗੋਲੀਆਂ ਲੱਗੀਆਂ ਔਰ ਵਾਰਦਾਤ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਖਿਡਾਰੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਾਨ ਨਹੀਂ ਬਚਾਈ ਜਾ ਸਕੀ। ਕਿਸੇ ਮੁੱਦੇ ਨੂੰ ਕਾਂਗਰਸ ਸਾਂਸਦ ਸੰਤੋਖ ਚੌਧਰੀ ਨੇ ਅੱਜ ਸਦਨ 'ਚ ਚੱਕਿਆ ਤੇ ਕਿਹਾ ਕਿ ਭਵਿੱਖ 'ਚ ਅਜਿਹਾ ਅਪਰਾਧ ਨਾ ਹੋਵੇ, ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾਵੇ। मैं आपसे अनुरोध करना चाहता हूं, पहले तो जो विदेश में कॉन्सेंट्रेटर हैं जो आइडेंटिफाई हो गए उनकी एक्स्ट्राडिशन हो, और दूसरी जो सेंट्रल एजेंसीज हैं वो सतर्क हों ताकि आने वाले समय में पंजाब की धरती पे ऐसे जो क्राइम इंटरनेशनल क्राइम ना हो। बहरहाल इस मामले 'ਚ कुछ आरोपियों ਨੂੰ गिरफ्तार किया गया है, पर ਹੁਣ तक हत्या की असल वजह सामने नहीं आई है।
ਤੇ ਕਤਲ ਦੀ ਐਡੀ ਵੱਡੀ ਵਾਰਦਾਤ ਹੋ ਜਾਵੇ ਪਰ ਫਿਰ ਵੀ ਮੁਲਜ਼ਮ ਹਲੇ ਤੱਕ ਬਾਹਰ ਹੋਣ ਤਾਂ ਇਸ ਨੂੰ ਲੈ ਕੇ ਸਵਾਲ ਉੱਠਦੇ ਨੇ ਤਾਂ ਫਿਰ ਫਰਕ ਤਾਂ ਪੈਂਦਾ। ਹੁਣ ਗੱਲ ਕਰਦੇ ਹਾਂ ਟੋਲ ਪਲਾਜ਼ਿਆਂ ਦੀ। ਟੋਲ ਪਲਾਜ਼ਿਆਂ ਨੂੰ ਲੈ ਕੇ ਅੱਜ ਕੇਂਦਰੀ ਜਿਹੜੇ ਆਵਾਜਾਈ ਮੰਤਰੀ ਨੇ, ਟਰਾਂਸਪੋਰਟ ਮਿਨਿਸਟਰ ਨੇ ਨਿਤਿਨ ਗਡਕਰੀ, ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੀਆਂ ਜਿਹੜੀਆਂ ਸੜਕਾਂ ਨੇ ਉਸ ਦਾ ਰੋਡ ਮੈਪ ਕਿਹੋ ਜਿਹਾ ਹੋਏਗਾ ਉਹ ਬਹੁਤ ਜਲਦ ਸਾਰਿਆਂ ਦੇ ਸਾਹਮਣੇ ਆ ਜਾਏਗਾ। ਔਰ ਇਹ ਵੀ ਕਿਹਾ ਕਿ 2024 ਤੋਂ ਪਹਿਲਾਂ ਦੇਸ਼ ਦੀਆਂ ਸੜਕਾਂ ਨੂੰ ਅਮਰੀਕਾ ਵਰਗਾ ਬਣਾ ਦਿੱਤਾ ਜਾਵੇਗਾ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ 'ਚ ਕਿਹਾ ਕਿ ਨੈਸ਼ਨਲ ਹਾਈਵੇ ਤੇ 60 ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੇ ਇੱਕ ਤੋਂ ਜ਼ਿਆਦਾ ਟੋਲ ਪਲਾਜ਼ੇ ਅਗਲੇ 3 ਮਹੀਨਿਆਂ 'ਚ ਬੰਦ ਕਰ ਦਿੱਤੇ ਜਾਣਗੇ। ਨਵੀਆਂ ਸੜਕਾਂ ਦੇ ਬਾਰੇ 'ਚ ਉਹਨਾਂ ਨੇ ਕਿਹਾ ਕਿ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ ਤਿਆਰ ਕੀਤਾ ਜਾ ਰਿਹਾ ਹੈ। ਦਿੱਲੀ ਅੰਮ੍ਰਿਤਸਰ ਸੈਕਸ਼ਨ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਏਗਾ ਤੇ 4 ਘੰਟੇ 'ਚ ਦੂਰੀ ਤੈਅ ਕੀਤੀ ਜਾਏਗੀ। ਸੜਕ ਸੁਰੱਖਿਆ ਤੇ ਮੰਤਰੀ ਨੇ ਕਿਹਾ ਕਿ ਹੁਣ ਇਹ ਜ਼ਰੂਰੀ ਹੈ ਕਿ ਸਾਰੀਆਂ 8 ਸੀਟਰ ਗੱਡੀਆਂ 'ਚ 6 에ਅਰਬੈਗ ਹੋਣ। मैं जब से इस क्षेत्र में काम कर रहा हूँ, जॉन केनेडी, इनका एक वाक्य मैं हर समय याद रखता हूँ और उन्होंने कहा था कि अमेरिकन रोड्स आर नॉट गुड बिकॉज अमेरिका इज रिच, बट अमेरिका इज रिच बिकॉज अमेरिकन रोड्स आर गुड। ਗਡਕਰੀ ਨੇ ਲੋਕ ਸਭਾ 'ਚ ਅਮਰੀਕੀ ਰਾਸ਼ਟਰਪਤੀ ਜੌਨ ਕੈਨੇਡੀ ਦੇ ਇੱਕ ਵਾਕਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਮਰੀਕਾ ਦੀਆਂ ਸੜਕਾਂ ਇਸ ਲਈ ਚੰਗੀਆਂ ਨਹੀਂ ਕਿਉਂਕਿ ਅਮਰੀਕਾ ਅਮੀਰ ਦੇਸ਼ ਹੈ। ਅਮਰੀਕਾ ਇਸ ਲਈ ਅਮੀਰ ਹੈ ਕਿਉਂਕਿ ਇੱਥੋਂ ਦੀਆਂ ਸੜਕਾਂ ਬਹੁਤ ਚੰਗੀਆਂ ਨੇ। ਗਡਕਰੀ ਨੇ ਕਿਹਾ ਕਿ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ 2024 ਖਤਮ ਹੋਣ ਤੋਂ ਪਹਿਲਾਂ ਹਿੰਦੁਸਤਾਨ ਦਾ ਰੋਡ ਇਨਫਰਾਸਟ੍ਰਕਚਰ ਅਮਰੀਕਾ ਦੇ ਬਰਾਬਰ ਹੋਏਗਾ। ਤੇ ਹਰਿਆਣਾ ਵਿਧਾਨ ਸਭਾ 'ਚ ਅੱਜ ਧਰਮ ਪਰਿਵਰਤਨ ਵਿਰੋਧੀ ਬਿੱਲ ਪਾਸ ਕਰ ਦਿੱਤਾ ਗਿਆ ਔਰ ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਚੌਥਾ ਸੂਬਾ ਬਣ ਗਿਆ। ਹਰਿਆਣਾ ਵਿਧਾਨ ਸਭਾ 'ਚ ਧਰਮ ਪਰਿਵਰਤਨ ਦੇ ਖਿਲਾਫ ਬਿੱਲ ਨੂੰ ਜਦੋਂ ਸਦਨ 'ਚ ਰੱਖਿਆ ਗਿਆ ਤਾਂ ਕਾਂਗਰਸ ਨੇ ਇਸ ਬਿੱਲ ਤੇ ਵਿਰੋਧ ਜਤਾਇਆ ਅਤੇ ਸਦਨ ਤੋਂ ਵਾਕਆਊਟ ਕਰ ਦਿੱਤਾ। ਵਿਧਾਨ ਸਭਾ 'ਚ 4 ਮਾਰਚ ਨੂੰ ਪੇਸ਼ ਕੀਤਾ ਗਿਆ ਇਹ ਬਿੱਲ ਮੰਗਲਵਾਰ ਨੂੰ ਚਰਚਾ ਦੇ ਲਈ ਰੱਖਿਆ ਗਿਆ। ਹਰਿਆਣਾ ਗੈਰ ਕਾਨੂੰਨੀ ਧਰਮ ਪਰਿਵਰਤਨ ਰੋਕਥਾਮ ਬਿੱਲ 2022 ਦੇ ਮੁਤਾਬਕ ਜੇਕਰ ਲਾਲਚ, ਬਲ ਜਾਂ ਧੋਖਾਧੜੀ ਦੇ ਜ਼ਰੀਏ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਤਾਂ 1 ਤੋਂ 5 ਸਾਲ ਦੀ ਸਜ਼ਾ ਤੇ ਘੱਟ ਤੋਂ ਘੱਟ 1 ਲੱਖ रुपए जुर्माने की तजवीज है। उस क्राइम का गंभीरता कितनी है उसके लिए उसके प्रोविजन किए जाते हैं, इसलिए इस एक्ट को लाए हैं और ये एक्ट लाना है हमको। अब चाहे 4 घंटे लगाओ कुछ लगाओ, जिसे इन्होंने कहा मेजोरिटी तो बनाएंगे, आप क्या कर दो। बिल के मुताबिक जो भी नाबालिग, महिला या अनुसूचित जाति या अनुसूचित जनजाति के व्यक्ति का धर्म परिवर्तन कराਉਂਦਾ है या इसकी कोशिश करता है तो उसनू घੱਟ ਤੋਂ ਘੱਟ 4 साल जेल की सज़ा होएगी, जिसनू ਵਧਾ के 10 साल ਤੇ ਘੱਟ ਤੋਂ ਘੱਟ 3 ਲੱਖ जुर्माना किया जा सकता है। ਤੇ ਗੱਲ ਕਰਦੇ ਹਾਂ ਮਜੀਠਾ ਦੀ। ਮਜੀਠਾ ਦੇ ਪਿੰਡ ਅਨਾਇਤਪੁਰ ਦੇ ਵਿੱਚ ਅੱਜ 2 ਧਿਰਾਂ ਵਿਚਾਲੇ ਖੂਨੀ ਝੜਪ ਹੋਈ ਤੇ ਇਸ ਝੜਪ ਦੇ ਵਿੱਚ 2 ਲੋਕਾਂ ਦੀ ਜਾਨ ਚਲੀ ਗਈ ਜਦਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਅਨਾਇਤਪੁਰ ਪਿੰਡ 'ਚ ਹੋਏ ਖੂਨੀ ਸੰਘਰਸ਼ ਦੀ ਸ਼ੁਰੂਆਤੀ ਵਜ੍ਹਾ ਮਹਿਲਾਵਾਂ ਨਾਲ ਛੇੜਛਾੜ ਸਾਹਮਣੇ ਆ ਰਹੀ ਹੈ। ਇੱਕ ਪੱਖ ਤੇ ਆਰੋਪ ਹੈ ਕਿ ਦੂਜੇ ਪੱਖ ਦੇ ਲੋਕ ਉਹਨਾਂ ਦੀਆਂ ਮਹਿਲਾਵਾਂ ਦੇ ਨਾਲ ਛੇੜਛਾੜ ਕਰਦੇ ਸੀ ਅਤੇ ਇਸ ਦਾ ਜਦ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਪੀੜਿਤ ਪੱਖ ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ 2 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਕਈ ਜ਼ਖਮੀ ਨੇ। ਜਦੋਂ ਬੱਚੇ ਪੱਠੇ ਵੱਢਣ ਗਏ ਆ ਉਹਨਾਂ ਗਾੜੀ ਝੋਟੇ ਵਾਲੀ ਰੇੜੀ ਲਾਤੀ ਆ, ਇਹਨਾਂ ਆਖੇ ਵੀ ਰਾਹ ਦੇ ਦਿਓ, ਉਹ ਕੁੜੀਆਂ ਦੇ ਮਗਰ ਪੈ ਗਏ। ਇਹ ਭੱਜਦਿਆਂ ਘਰ ਆਏ ਆ, ਉਹ ਜਦੋਂ ਘਰ ਨੂੰ ਭੱਜਿਆ ਉਹਨਾਂ ਮਗਰ ਉਹਨਾਂ ਦੀ ਪਰਾਲੀ ਨੂੰ ਅੱਗ ਲਾਤੀ। ਉਹ ਜਦੋਂ ਮੁੜ ਕੇ ਬੰਦੇ ਸਾਡੇ ਗੁੱਜਰਾਂ ਦੇ ਪਰਾਲੀ ਨੂੰ ਅੱਗ ਬੁਝਾਉਣ ਲੱਗਿਆ, ਉਹਨਾਂ ਗੋਲੀਆਂ ਸ਼ੁਰੂ ਕਰਤੀਆਂ। ਇੰਨਾ ਹੀ ਕੰਮ ਹੋਇਆ। ਉਧਰ ਹਮਲੇ ਤੋਂ ਬਾਅਦ ਪੁਲਿਸ ਵੀ ਪਿੰਡ ਪਹੁੰਚੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਇਹਨਾਂ ਦੇ ਵੱਲੋਂ ਜੋ ਵੀ ਦੋਸ਼ੀਆਂ ਦੇ ਨਾਮ ਲਿਖਵਾਏ ਜਾਣਗੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਜਿਹੜੀ ਕਾਨੂੰਨ ਮੁਤਾਬਕ ਕੀਤੀ ਜਾਵੇਗੀ। ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਦੀ ਹੈ। ਤੇ ਅੰਮ੍ਰਿਤਸਰ 'ਚ ਇੱਕ ਦੁਕਾਨ ਤੇ ਕਬਜ਼ੇ ਨੂੰ ਲੈ ਕੇ 2 ਧਿਰਾਂ ਵਿਚਾਲੇ ਲੜਾਈ ਹੋ ਗਈ। ਕਰੀਬ 100 ਵਿਅਕਤੀਆਂ ਦੇ ਨਾਲ ਇੱਕ ਧਿਰ ਇੱਕ ਦੁਕਾਨ 'ਚ ਵੜ ਗਈ ਤੇ ਦੁਕਾਨ ਦਾ ਸਮਾਨ ਬਾਹਰ ਸਿੱਟਣਾ ਸ਼ੁਰੂ ਕਰ ਦਿੱਤਾ। ਤਸਵੀਰਾਂ ਅੰਮ੍ਰਿਤਸਰ ਦੇ ਛੇਹਰਟਾ ਦੀਆਂ ਨੇ। ਸਰੇ ਬਾਜ਼ਾਰ ਹੰਗਾਮਾ ਮਚਿਆ। 100 ਦੇ ਕਰੀਬ ਬਦਮਾਸ਼ ਡਾਂਗਾਂ ਦੇ ਨਾਲ ਦੁਕਾਨ ਦਾ ਸਮਾਨ ਬਾਹਰ ਸਿੱਟ ਰਹੇ ਨੇ। ਮਾਮਲਾ ਦੁਕਾਨ ਤੇ ਕਬਜ਼ੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਪੁਲਿਸ ਤੇ ਦੇਰੀ ਨਾਲ ਪਹੁੰਚਣ ਦੇ ਆਰੋਪ ਲੱਗ ਰਹੇ ਨੇ। ਪੁਲਿਸ ਦੀ ਹੁਣ ਤੇ ਕਾਰਗੁਜ਼ਾਰੀ ਚੰਗੀ ਲੱਗਦੀ, ਪਹਿਲਾਂ ਬਹੁਤ ਮਾੜੀ ਸੀ। ਅਸੀਂ ਧਰਨਾ ਲਾਇਆ, ਫਿਰ ਕਾਰਗੁਜ਼ਾਰੀ ਹੋਈ ਹੈ। ਹਥਿਆਰ ਵੀ ਹੋ ਗਏ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੁਕਾਨ ਨੂੰ ਸੀਲ ਕਰ ਦਿੱਤਾ ਤੇ ਦੋਨਾਂ ਪੱਖਾਂ ਦੇ ਲੋਕਾਂ ਨੂੰ ਕਾਗਜ਼ ਲੈ ਕੇ ਥਾਣੇ 'ਚ ਸੱਦਿਆ ਗਿਆ। ਜਿਹੜੇ ਵੀ ਹੋਣਗੇ ਹਥਿਆਰ ਥੂਰ ਤਾਂ ਮੈਂ ਦੇਖੇ ਨਹੀਂ ਜੀ, ਮੈਂ ਵੀ ਇੱਥੇ ਹੀ ਖੜਿਆ, ਪਰ ਜੋ ਚੀਜ਼ ਜਿਨ੍ਹਾਂ ਨੇ ਗਲਤ ਕੀਤਾ ਹੋਵੇਗਾ ਬਿਲਕੁਲ ਕਾਰਵਾਈ ਹੋਏਗੀ ਜੀ। ਬਹਰਹਾਲ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਜਾਂਚ ਤੋਂ ਬਾਅਦ ਸਾਫ਼ ਹੋ ਜਾਏਗਾ ਕਿ ਦੁਕਾਨ ਤੇ ਆਖਿਰ ਹੱਕ ਕਿਸ ਦਾ ਹੈ। ਤਰਨਤਾਰਨ ਦੇ ਚੋਲਾ ਸਾਹਿਬ 'ਚ ਅੱਜ ਗੁਰੂ ਘਰ 'ਚ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ। 2 ਲੋਕਾਂ ਦੀ ਜਾਨ ਚਲੀ ਗਈ ਜਦਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੁਰਦੁਆਰਾ ਸਾਹਿਬ 'ਚ ਨਿਰਮਾਣ ਕਾਰਜ ਚੱਲ ਰਿਹਾ ਸੀ ਤਾਂ ਅਚਾਨਕ ਲੈਂਟਰ ਡਿੱਗ ਪਿਆ ਤੇ ਮਲਬੇ 'ਚ 4 ਲੋਕ ਦਬ ਗਏ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਨੇ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਚੌਗਿਰਦੇ 'ਚ ਗ੍ਰੰਥੀ ਸਿੰਘਾਂ ਦੇ ਲਈ ਕਮਰੇ ਬਣ ਰਹੇ ਸੀ, ਉਦੋਂ ਹੀ ਇਹ ਹਾਦਸਾ ਹੋ ਗਿਆ। ਹਾਦਸੇ ਤੋਂ ਬਾਅਦ ਅਫਰਾ ਤਫਰੀ ਮਚ ਗਈ। ਪਿੰਡ ਦੇ ਲੋਕ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ, ਪਰ ਕਾਫੀ ਦੇਰ ਹੋਣ ਦੇ ਚੱਲਦੇ 2 ਦੀ ਜਾਨ ਨਹੀਂ ਬਚ ਪਾਈ ਜਦਕਿ 2 ਨੂੰ ਸੁਰੱਖਿਅਤ ਕੱਢ ਲਿਆ ਗਿਆ। ਤਾਂ ਫਰਕ ਤਾਂ ਪੈਂਦਾ ਹੈ ਦੀ ਖਾਸ ਪੇਸ਼ਕਸ਼ ਦੇ ਵਿੱਚ। ਫਿਲਹਾਲ ਇੰਨਾ ਹੀ। ਇਹੋ ਖਬਰਾਂ ਨੇ ਜਿਹੜੀਆਂ ਦਰਸ਼ਕਾਂ ਦੇ ਲਈ ਜਾਣਨੀਆਂ ਜ਼ਰੂਰੀ ਹੁੰਦੀਆਂ ਨੇ, ਔਰ ਜਦੋਂ ਕਿਸੇ ਇੱਕ ਖਬਰ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਸੁਣੀ ਨਹੀਂ ਜਾਂਦੀ ਤਾਂ ਫਿਰ ਫਰਕ ਤਾਂ ਪੈਂਦਾ ਹੈ। ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।